ਜਿਸ ਦੇ ਵਿੱਚ ਅਸੀਂ ਮਰੀਜ਼ ਨੂੰ ਕਹਿੰਦੇ ਹਾਂ ਕਿ ਤੁਸੀਂ ਪੁੱਠੇ ਪੇਟ ਦੇ ਵੱਲ ਲੇਟ ਕੇ ਅਸੀਂ ਕੁਝ ਘੰਟੇ ਅਸੀਂ ਉਸ ਪੋਜੀਸ਼ਨ 'ਚ ਲੇਟਦੇ ਹਾਂ ਅਤੇ ਜਿਸ ਦੇ ਕਾਰਨ ਜਿਹੜੀ ਆਕਸੀਜਨ ਦੀ ਕਮੀ ਹੈ ਉਹ ਟੈਂਪਰੇਰੀਲੀ ਕਵਰ ਹੋ ਜਾਂਦੀ ਹੈ। ਜਿਹਦੀ ਆਕਸੀਜਨ ਘੱਟ ਹੋ ਰਹੀ ਹੈ, ਜਿਵੇਂ 92% ਅਸੀਂ ਕਹਿੰਦੇ ਹਾਂ ਕਿ 92 93 ਤੋਂ ਘੱਟ ਜਿਹਦੀ ਹੋ ਰਹੀ ਹੁੰਦੀ, ਅਸੀਂ ਉਹਨੂੰ ਨੋਰਮਲੀ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਉਹਨੂੰ ਹੌਸਪੀਟਲਾਈਜ਼ ਕਰੀਏ। ਬਰੀਦਿੰਗ ਐਕਸਰਸਾइजेज हैं वो सारी करते रहें, प्राणायाम से बड़े इफेक्टिव होते हैं। नॉर्मली ਅਸੀਂ ਕਰਦੇ ਰਹੀਏ ਤਾਂ ਸਾਨੂੰ ਪ੍ਰੋਨਿੰਗ ਪੋਜੀਸ਼ਨ ਦੀ ਜ਼ਰੂਰਤ ਨਹੀਂ ਪੈਂਦੀ। ਉਹਨਾਂ ਮਰੀਜ਼ਾਂ ਨੂੰ ਜਿਹੜੇ ਘਰ ਵਿੱਚ ਹੈਗੇ ਆ, ਜਿਨ੍ਹਾਂ ਨੂੰ ਬੈੱਡ ਨਹੀਂ ਮਿਲ ਪਾ ਰਹੇ, ਉਹਨਾਂ ਨੂੰ ਟੈਂਪਰੇਰੀਲੀ ਉਹਨਾਂ ਦੀ ਆਕਸੀਜਨੇਸ਼ਨ ਇੰਪਰੂਵ ਕਰਨ ਲਈ ਅਸੀਂ ਪ੍ਰੋਨਿੰਗ ਪੋਜੀਸ਼ਨ ਰਿਕਮੈਂਡ ਕਰ ਸਕਦੇ ਹਾਂ। ਲੇਕਿਨ ਇਹ ਜਿਹੜੀ ਨਵੀਂ ਕਰੋਨਾ ਦੀ ਜਿਹੜੀ ਸੈਕਿੰਡ ਵੇਵ ਆਈ ਹੈ, ਸੈਕਿੰਡ ਵੇਵ ਦੀ ਐਕਚੁਅਲ ਜਿਹੜੇ ਫੈਲਣ ਦਾ ਕਾਰਨ ਵੀ ਇਹੀ ਹੈ ਕਿ ਕੁਛ ਤਾਂ ਹੈ ਮਿਊਟੇਸ਼ਨਸ ਆਈਆਂ ਨੇ ਵਾਇਰਸ 'ਚ, UK ਦੀਆਂ, USA ਦੀਆਂ, ਸਾਊਥ ਅਫਰੀਕਾ ਦੀਆਂ ਮਿਊਟੇਸ਼ਨਸ ਆਈਆਂ ਨੇ ਅਤੇ ਜਿਸ ਕਰਕੇ ਉਹਦੀ ਟਰਾਂਸਮਿਸਿਬਿਲਿਟੀ ਮਤਲਬ ਇਹਦੇ ਫੈਲਣ ਦੀ ਜਿਹੜੀ ਤਾਕਤ ਹੈ ਉਹ ਵੱਧ ਗਈ ਹੈ। ਅਤੇ ਡਾਈਟ ਨੂੰ ਅਸੀਂ ਹੈਲਦੀ ਡਾਈਟ ਕਹਿੰਦੇ ਹਾਂ ਕਿ ਅਗਰ ਮਰੀਜ਼ ਹੈਲਦੀ ਡਾਈਟ ਲੈਂਦਾ ਤਾਂ ਉਹ ਆਪਣੀ ਇਮਿਊਨਿਟੀ ਨੂੰ ਬਰਕਰਾਰ ਰੱਖ ਸਕਦਾ ਹੈ। ਤੇ ਕਿਉਂ ਅਸੀਂ ਦੇਸ਼ ਜਿਹੜਾ ਹੈਗਾ ਕਰੋਨਾ ਦੀ ਇੰਨੀ ਗਿਰਫਤ ਵਿੱਚ ਫੜਿਆ ਜਾ ਰਿਹਾ ਹੈ? ਲੂਜ਼ ਪੋਲ ਕਿੱਥੇ ਨਜ਼ਰ ਆ ਰਿਹਾ ਹੈ? ਲਾਪਰਵਾਹੀ ਕਿੱਥੇ ਮਤਲਬ ਅਖੀਰ ਦੇ ਵਿੱਚ? ਦੇਖੋ, ਸੈਕਿੰਡ ਵੇਵ ਜਦ ਦੀ ਆਈ ਹੈ ਅਸੀਂ 2-3 ਚੀਜ਼ਾਂ ਬਹੁਤ ਨੋਟ ਕਰੀਆਂ ਨੇ ਕਿ ਪੁਰਾਣੇ ਸਾਲ 'ਚ ਜਿੱਦਾਂ ਲੋਕਡਾਊਨ ਸੀਗਾ ਉੱਦਾਂ ਇੱਕ ਵਾਰੀ ਜਿਹੜੀ ਡੇਲੀ ਜਿਹੜੀ ਕਾਊਂਟ ਸੀਗੇ ਕੇਸਿਸ ਦੇ ਉਹ ਘੱਟ ਗਏ ਸੀਗੇ ਔਰ ਕਾਫੀ ਘੱਟ ਹੋ ਗਏ ਸੀਗੇ ਸਤੰਬਰ ਅਕਤੂਬਰ 'ਚ। ਫਿਰ ਅਸੀਂ ਲੋਕਡਾਊਨ ਖੋਲ੍ਹਤਾ, ਧੀਰੇ ਕਰਕੇ ਖੋਲ੍ਹਣਾ ਸ਼ੁਰੂ ਕਰਤਾ ਅਤੇ ਲੋਕਾਂ ਨੇ ਗੈਦਰਿੰਗਸ ਸ਼ੁਰੂ ਕਰਤੀਆਂ, ਘੁੰਮਣਾ ਸ਼ੁਰੂ ਕਰਤਾ, ਪਾਰਟੀਆਂ ਸ਼ੁਰੂ ਕਰਤੀ। ਲੇਕਿਨ ਲੋਕਾਂ ਨੇ ਬਹੁਤ ਚਿਰ 'ਚ ਇਹ ਦੇਖਿਆ ਕਿ ਇਹਦਾ ਪਾਲਣ ਨਹੀਂ ਕੀਤਾ। ਜਿੱਥੇ ਮਾਰਕੀਟ 'ਚ ਹੈ ਜਾਂ ਜਿੱਥੇ ਘੁੰਮਣ ਦੇ ਏਰੀਆਜ਼ ਨੇ, ਲੋਕਾਂ ਨੇ ਟ੍ਰਿਪ ਲਗਾਏ ਹੈ, ਉਹ ਸਾਰੇ ਵਿੱਚ ਕੰਜੈਸ਼ਨ ਹੁੰਦੀ ਹੈ ਅਤੇ ਉਸ 'ਚ ਬਿਮਾਰੀ ਦੇ ਫੈਲਣ ਦੀ ਉਹ ਜ਼ਿਆਦਾ ਰਹਿੰਦੀ ਹੈ। ਮਿਊਟੇਸ਼ਨਸ ਜਿਹੜੀਆਂ ਆਉਂਦੀਆਂ ਵਾਇਰਸ ਨੂੰ ਚੇਂਜ ਕਰ ਦਿੰਦੀਆਂ ਅਤੇ ਕੁਛ ਨਾ ਕੁਛ ਉਸ 'ਚ ਫਰਕ ਲਾ ਦਿੰਦੀਆਂ, ਜਿਸ 'ਚ ਵਾਇਰਸ ਜੋ ਹੈ ਬਹੁਤ ਤੇਜ਼ੀ ਨਾਲ ਫੈਲਦਾ ਹੈ। ਸਤਿ ਸ੍ਰੀ ਅਕਾਲ, ਸਕਾਈ ਨਿਊਜ਼ ਵੇਖ ਰਹੇ ਸਾਰੇ ਦਰਸ਼ਕਾਂ ਦਾ ਜੀ ਆਇਆਂ ਨੂੰ ਤੇ ਮੈਂ ਹਾਂ ਤੁਹਾਡੇ ਨਾਲ ਪ੍ਰਕਾਸ਼ ਫੁਲਾਰਾ। ਲਗਾਤਾਰ ਦੇਸ਼ ਦੇ ਵਿੱਚ ਕਰੋਨਾ ਦਾ ਜਿਹੜਾ ਗ੍ਰਾਫ ਹੈ ਉਹ ਵੱਧਦਾ ਜਾ ਰਿਹਾ ਹੈ। ਕਰੋਨਾ ਦੇ ਆંકੜੇ ਹਰ ਦਿਨ ਇੱਕ ਨਵਾਂ ਰਿਕਾਰਡ ਦੇਸ਼ ਦੇ ਵਿੱਚ ਤੋੜਦੇ ਜਾ ਰਹੇ ਨੇ ਤੇ ਪਰੇਸ਼ਾਨੀ ਦਾ ਕਾਰਨ ਇਹੀ ਹੈ ਕਿ ਆਖਰ ਕਰੋਨਾ ਨਾਂ ਦੀ ਇਸ ਮਹਾਮਾਰੀ ਤੋਂ ਕਿਵੇਂ ਪੂਰਾ ਦੇਸ਼ ਨਿਜਾਤ ਪਾ ਸਕਦਾ ਹੈ, ਕਿਉਂਕਿ ਇਸ ਵਕਤ ਪੂਰਾ ਦੇਸ਼ ਇੱਕ ਸਾਹ ਦੀ ਜੰਗ ਲੜ ਰਿਹਾ ਹੈ। ਇਹਨਾਂ ਚੀਜ਼ਾਂ ਦੇ ਵਿਚਾਲੇ ਸਭ ਤੋਂ ਵੱਡੀ ਜਿਹੜੀ ਮੁਸ਼ਕਿਲ ਦਾ ਕਾਰਨ ਇੱਕ ਸਭ ਤੋਂ ਜ਼ਿਆਦਾ ਹੈਗਾ ਉਹ ਹੈਗਾ ਆਕਸੀਜਨ ਦੀ ਘਾਟ ਨੂੰ ਲੈ ਕੇ, ਜਿਹੜੇ ਪੂਰੇ ਦੇਸ਼ ਦੇ ਵਿੱਚ ਖਬਰਾਂ ਸਾਹਮਣੇ ਆ ਰਹੀਆਂ। ਦਿੱਲੀ, ਮਹਾਰਾਸ਼ਟਰ, UP, ਬਿਹਾਰ, ਕਈ ਦੇਸ਼ ਦੇ ਸੂਬੇ ਨੇ ਜਿੱਥੇ ਆਕਸੀਜਨ ਦੀ ਘਾਟ ਨੂੰ ਲੈ ਕੇ ਇਸ ਵਕਤ ਪਰੇਸ਼ਾਨੀ ਬਣੀ ਹੋਈ ਹੈ। ਹਰ ਕੋਈ ਹਸਪਤਾਲ ਦਾ ਰੁਖ ਕਰ ਰਿਹਾ ਹੈ। ਉਹਨੂੰ ਇਹ ਲੱਗਦਾ ਹੈ ਕਿ ਨਹੀਂ, ਹੁਣ ਮੈਨੂੰ ਹਸਪੀਟਲ ਦੇ ਵੱਲ ਜਾਣਾ ਚਾਹੀਦਾ, ਲੇਕਿਨ ਆਖਰ ਹਸਪੀਟਲ ਕਦੋਂ ਪਹੁੰਚਣਾ ਚਾਹੀਦਾ ਇਹ ਵੀ ਅੱਜ ਅਸੀਂ ਤੁਹਾਨੂੰ ਸਕਾਈ ਨਿਊਜ਼ ਦੱਸੇਗਾ ਕਿ ਆਖਰ ਕਿਹੜੀ ਕੰਡੀਸ਼ਨ ਦੇ ਵਿੱਚ ਤੁਹਾਨੂੰ ਹਸਪਤਾਲ ਦੇ ਤਰਫ ਰੁਖ ਕਰਨਾ ਚਾਹੀਦਾ। ਤੇ ਇਸ ਤੋਂ ਇਲਾਵਾ ਇੱਕ ਅੱਜ ਕੱਲ੍ਹ ਗੂਗਲ ਡਾਕਟਰ ਦੀ ਜਿਹੜੀ ਮੈਂ ਲਗਾਤਾਰ ਗੱਲ ਕਰ ਰਿਹਾ ਕਿ ਗੂਗਲ ਡਾਕਟਰ ਦੇ ਵਿੱਚ ਇੱਕ ਪ੍ਰੋਨਿੰਗ ਨਾਂ ਦੀ ਐਕਸਰਸਾਈਜ਼ ਵੀ ਇਨੀ ਦਿਨੀ ਕਾਫੀ ਪ੍ਰਚਲਿਤ ਹੋਈ ਪਈ ਹੈ, ਜਿਸ ਦੇ ਵਿੱਚ ਇਹ ਦੱਸਿਆ ਜਾਂਦਾ ਹੈ ਕਿ ਆਕਸੀਜਨ ਦਾ ਲੈਵਲ ਜੇ ਤੁਹਾਡਾ ਘਟ ਜਾਂਦਾ ਤਾਂ ਕਿਸ ਤਰੀਕੇ ਦੇ ਨਾਲ ਤੁਸੀਂ ਪ੍ਰੋਨਿੰਗ ਦੇ ਨਾਲ ਆਕਸੀਜਨ ਨੂੰ ਵਧਾ ਸਕਦੇ ਹੋ। ਲੇਕਿਨ ਸਵਾਲ ਇਹ ਕਿ ਪ੍ਰੋਨਿੰਗ ਕਿਆ ਹਰ ਕੋਈ ਕਰ ਸਕਦਾ ਹੈ? ਕਿ ਪ੍ਰੋਨਿੰਗ ਨੂੰ ਕਰਨ ਦਾ ਕੋਈ ਤਰੀਕਾ ਵੀ ਹੈਗਾ ਜਾਂ ਫਿਰ ਘਰੇ ਬੈਠ ਕੇ ਕਿੱਥੇ ਵੀ ਕੀਤੀ ਜਾ ਸਕਦੀ ਹੈ? ਸਾਰੇ ਸਵਾਲਾਂ ਦਾ ਜਵਾਬ ਲਵਾਂਗੇ। ਮੇਰੇ ਨਾਲ ਇਸ ਵਕਤ ਪਾਰਸ ਹਸਪਤਾਲ ਦੇ ਡਾਕਟਰ ਨੇ ਰਾਜੇਸ਼ ਗੇਰਾ ਜੀ, ਇੰਟਰਨਲ ਮੈਡੀਸਨ ਹੈ। ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਕਾਈ ਨਿਊਜ਼ ਪੰਜਾਬ ਤੇ। ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ, ਸਭ ਤੋਂ ਪਹਿਲਾ ਸਵਾਲ ਇਹੀ ਕਿ ਪ੍ਰੋਨਿੰਗ ਨੂੰ ਲੈ ਕੇ ਕਿ ਆਖਰ ਕਿੱਥੇ ਵੀ ਕੀਤੀ ਜਾ ਸਕਦੀ ਹੈ ਪ੍ਰੋਨਿੰਗ? ਘਰ ਦੇ ਵਿੱਚ ਬੈਠ ਕੇ ਕੋਈ ਵੀ ਕਰ ਸਕਦਾ ਹੈ? ਦੇਖिए, ਪ੍ਰੋਨਿਕ ਇੱਕ ਤਰ੍ਹਾਂ ਦੀ ਐਕਸਰਸਾਈਜ਼ ਕਹਿ ਲਈਏ ਜਾਂ ਇੱਕ ਤਰ੍ਹਾਂ ਦੀ ਪੋਜੀਸ਼ਨ ਹੈ ਜਿਸ ਦੇ ਵਿੱਚ ਅਸੀਂ ਮਰੀਜ਼ ਨੂੰ ਕਹਿੰਦੇ ਹਾਂ ਕਿ ਤੁਸੀਂ ਪੁੱਠੇ ਪੇਟ ਦੇ ਵੱਲ ਲੇਟ ਕੇ ਅਸੀਂ ਕੁਝ ਘੰਟੇ ਅਸੀਂ ਉਸ ਪੋਜੀਸ਼ਨ 'ਚ ਲੇਟਦੇ ਹਾਂ ਅਤੇ ਜਿਸ ਦੇ ਕਾਰਨ ਜਿਹੜੀ ਆਕਸੀਜਨ ਦੀ ਕਮੀ ਹੈ ਉਹ ਟੈਂਪਰੇਰੀਲੀ ਕਵਰ ਹੋ ਜਾਂਦੀ ਹੈ। ਨੋਰਮਲੀ ਅਸੀਂ ਪ੍ਰੋਨਿੰਗ ਪੋਜੀਸ਼ਨ ਅਸੀਂ ICU 'ਚ ਕਰਦੇ ਹਾਂ ਪੇਸ਼ੈਂਟ ਦੀ, ਜਿਹਨੂੰ ਮਰੀਜ਼ ਨੂੰ ਬਹੁਤ ਆਕਸੀਜਨ ਦੀ ਕਮੀ ਹੈ ਅਤੇ ਜਿਹੜੇ ਸਾਡੇ ਰੂਟੀਨ ਦੇ ਟਰੀਟਮੈਂਟ ਨਾਲ ਉਹ ਕਵਰ ਨਹੀਂ ਹੋ ਪਾ ਰਹੀ, ਜਿਹਨੂੰ ਹਾਈਪੋਕਸੀਆ ਹੋ ਜਾਂਦਾ, ਲੰਗਸ 'ਚ ਆਕਸੀਜਨ ਘੱਟ ਰਹਿੰਦੀ ਹੈ, ਸੈਚੂਰੇਸ਼ਨ ਡਿਸਪਾਈਟ ਕਾਫੀ ਜੋ ਆਕਸੀਜਨ ਦੀ ਮਾਤਰਾ ਦੇਣ ਦੇ ਬਾਅਦ ਵੀ ਉਹ ਕੰਟਰੋਲ ਨਹੀਂ ਹੋ ਪਾ ਰਹੀ ਅਤੇ ਅਸੀਂ ਉਹਨੂੰ ਪ੍ਰੋਨ ਪੋਜੀਸ਼ਨ 'ਚ ਕਰ ਦਿੰਦੇ ਹਾਂ। ਪ੍ਰੋਨ ਪੋਜੀਸ਼ਨ ਦਾ ਮਤਲਬ ਇਹ ਹੁੰਦਾ ਕਿ ਨੋਰਮਲੀ ਅਸੀਂ ਲੇਟਦੇ ਹਾਂ, ਪਿੱਠ ਦੇ ਵੱਲ ਲੇਟਦੇ ਹਾਂ ਅਤੇ ਨੋਰਮਲ ਜੇ ਪ੍ਰੋਨ ਪੋਜੀਸ਼ਨ ਅਸੀਂ ਦੇਣੀ ਹੁੰਦੀ ਹੈ ਅਤੇ ਅਸੀਂ ਉਹਨੂੰ ਮਰੀਜ਼ ਨੂੰ ਪੇਟ ਦੇ ਵੱਲ ਲਿਟਾਉਂਦੇ ਹਾਂ, ਜਿਸ ਦੇ ਲਈ ਛਾਤੀ, ਪੇਟ ਔਰ ਚਿਹਰੇ ਦਾ ਜਿਹੜਾ ਏਰੀਆ ਹੁੰਦਾ ਉਹ ਨੀਚੇ ਬੈੱਡ ਨੂੰ ਟੱਚ ਕਰਦਾ ਹੈ ਅਤੇ ਬਾਕੀ ਏਰੀਆ ਉੱਪਰ ਹੁੰਦੇ ਨੇ।
ਲੇਕਿਨ ਡਾਕਟਰ ਸਾਹਿਬ ਜਿਸ ਤਰੀਕੇ ਦੇ ਨਾਲ ਇਹ ਗੱਲ ਕਹੀ ਜਾਂਦੀ ਕਿ ਹੋਮ ਆਈਸੋਲੇਟ ਹੈਗਾ ਅਗਰ ਜੇ ਕੋਈ ਮਰੀਜ਼ ਤਾਂ ਉਹ ਵੀ ਪ੍ਰੋਨਿੰਗ ਆਪਣੇ ਘਰ ਦੇ ਵਿੱਚ ਬਹਿ ਕੇ ਕਰ ਸਕਦਾ ਹੈ, ਕਿਉਂਕਿ ਬਹੁਤ ਜ਼ਿਆਦਾ ਇੱਕ ਇਸ ਵੇਲੇ ਲੋਕ ਇਹੀ ਸਵਾਲ ਪੁੱਛਣਾ ਚਾਹੁੰਦੇ ਕਿ ਅਸੀਂ ਹੋਮ ਆਈਸੋਲੇਟ ਵਾਲੇ ਵੀ ਘਰੇ ਬਹਿ ਕੇ ਕਰ ਸਕਦੇ ਹਾਂ ਕਿ ਨਹੀਂ, ਉਹਨਾਂ ਨੂੰ ਕਿਸੇ ਮਾਹਿਰ ਦੀ ਨਿਗਰਾਨੀ ਹੇਠ ਇਹ ਸਭ ਕੁਝ ਕਰਨਾ ਚਾਹੀਦਾ ਹੈ। ਦੇਖिए ਪ੍ਰੋਨਿੰਗ ਪੋਜੀਸ਼ਨ ਸਟਾਰਟ ਕੀਤੀ ਗਈ ਸੀਗੀ ਆਈਸੀਯੂ ਸੈਟਿੰਗ ਵਿੱਚ, ਜਿਹਦੇ ਨਾਲ ਅਸੀਂ ਬਾਕੀ ਤਰੀਕਿਆਂ ਨਾਲ ਵੀ ਅਗਰ ਅਸੀਂ ਮੇਨਟੇਨ ਨਹੀਂ ਕਰ ਪਾ ਰਹੇ ਆਕਸੀਜਨ ਤੇ ਉਹਨੂੰ ਅਸੀਂ ਪ੍ਰੋਨ ਪੋਜੀਸ਼ਨ 'ਚ ਪਾ ਦਿੰਦੇ ਹਾਂ ਤਾਂ ਟੈਂਪਰੇਰੀਲੀ ਉਹਦੀ ਆਕਸੀਜਨੇਸ਼ਨ ਵੱਧ ਜਾਂਦੀ ਹੈ, ਆਕਸੀਜਨ ਸੈਚੂਰੇਸ਼ਨ ਵੱਧ ਜਾਂਦੀ ਹੈ। ਤੇ ਇਹਨੂੰ ਰਿਕੁਆਇਰਮੈਂਟ ਕਿਹਦੀ ਹੁੰਦੀ ਹੈ, ਕਿਸ ਟਾਈਮ ਨਾਲ ਅਸੀਂ ਉਹਨੂੰ ਕਹਿੰਦੇ ਹਾਂ ਕਿ ਤੁਸੀਂ ਪ੍ਰੋਨਿੰਗ ਕਰੋ। ਦੇਖੀਏ ਪ੍ਰੋਨਿੰਗ ਪੋਜੀਸ਼ਨ ਲਈ ਸਭ ਤੋਂ ਪਹਿਲੇ ਇਹ ਹੁੰਦਾ ਕਿ ਤੁਹਾਡੀ ਆਕਸੀਜਨ ਹੀ ਮੇਨਟੇਨ ਨਹੀਂ ਹੋ ਰਹੀ। ਹੁਣ ਜਿਹੜੇ ਅਸੀਂ ਹੋਮ ਆਈਸੋਲੇਟ 'ਚ ਰਿਕਮੈਂਡ ਕਰਦੇ ਹਾਂ ਬੰਦੇ, ਉਹ ਸਾਰੇ ਦੇ ਸਾਰੇ ਨੋਰਮਲ ਆਕਸੀਜਨ ਵਾਲੇ ਹੁੰਦੇ ਆ। ਜਿਹਦੀ ਆਕਸੀਜਨ ਘੱਟ ਹੋ ਰਹੀ ਹੈ, ਜਿਵੇਂ 92% ਅਸੀਂ ਕਹਿੰਦੇ ਹਾਂ ਕਿ 92 93 ਤੋਂ ਘੱਟ ਜਿਹਦੀ ਹੋ ਰਹੀ ਹੁੰਦੀ, ਅਸੀਂ ਉਹਨੂੰ ਨੋਰਮਲੀ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਉਹਨੂੰ ਹੌਸਪੀਟਲਾਈਜ਼ ਕਰੀਏ। ਅਤੇ ਨੋਰਮਲ ਹੋਮ ਆਈਸੋਲੇਸ਼ਨ ਦੇ ਪੇਸ਼ੈਂਟ ਜਿਨ੍ਹਾਂ ਦੀ ਸੈਚੂਰੇਸ਼ਨ ਠੀਕ ਆ ਰਹੀ ਹੈ, ਉਹਨਾਂ ਨੂੰ ਪ੍ਰੋਨਿੰਗ ਪੋਜੀਸ਼ਨ ਦੀ ਜ਼ਰੂਰਤ ਨਹੀਂ ਹੈ। ਉਹ ਆਪਣਾ ਨੋਰਮਲ ਆਪਣੇ ਮੈਜਰਸ ਲੈਣ, ਜਿਵੇਂ ਆਈਸੋਲੇਸ਼ਨ ਹੈ, ਬਰੀਦਿੰਗ ਐਕਸਰਸਾਈਜ਼ਸ ਹੈ, ਉਹ ਸਾਰੀ ਕਰਦੇ ਰਹਿਣ। ਪ੍ਰਾਣਾਯਾਮ ਸੇ ਬੜੇ ਇਫੈਕਟਿਵ ਹੁੰਦੇ ਹੈ। ਨੋਰਮਲੀ ਅਸੀਂ ਕਰਦੇ ਰਹੀਏ ਤਾਂ ਸਾਨੂੰ ਪ੍ਰੋਨਿੰਗ ਪੋਜੀਸ਼ਨ ਦੀ ਜ਼ਰੂਰਤ ਨਹੀਂ ਪੈਂਦੀ। ਅਤੇ ਇਸ ਲਈ ਹਰ ਮਰੀਜ਼ ਨੂੰ ਤਾਂ ਪ੍ਰੋਨਿੰਗ ਪੋਜੀਸ਼ਨ ਦੀ ਜ਼ਰੂਰਤ ਹੈ ਹੀ ਨਹੀਂ ਹੈ। ਜੇ ਅਸੀਂ ਸਾਡੀ ਆਕਸੀਜਨ ਘੱਟ ਹੋ ਰਹੀ ਹੈ, ਜੇ 92% ਤੋਂ ਘੱਟ ਆ ਰਹੀ ਹੈ, ਅਤੇ ਸਾਡੀ ਨੋਰਮਲ ਪਹਿਲਾਂ ਜੋ ਪ੍ਰਾਇਰਟੀ ਰਹਿੰਦੀ ਹੈ ਉਹਨੂੰ ਅਸੀਂ ਐਡਮਿਟ ਕਰਕੇ ਰਿਕਮੈਂਡ ਕਰਦੇ ਹਾਂ ਕਿ ਹੌਸਪੀਟਲਾਈਜ਼ ਕਰੀਏ। ਲੇਕਿਨ ਅੱਜ ਕੱਲ੍ਹ ਕੀ ਹੋ ਰਿਹਾ ਹੈ, ਜਿਵੇਂ ਅਸੀਂ ਦੇਖਦੇ ਹਾਂ ਕਿ ਬਹੁਤ ਸਾਰੇ ਲੋਕਾਂ ਨੂੰ ਬੈੱਡ ਨਹੀਂ ਮਿਲ ਰਹੇ। ਐਪੀਡੈਮਿਕ ਵਿੱਚ ਬਹੁਤ ਸਾਰੇ ਮਰੀਜ਼ਾਂ ਨੂੰ ਬੈੱਡ ਮਿਲ ਹੀ ਨਹੀਂ ਰਹੇ ਹੈ। ਦਿੱਲੀ ਚਲੇ ਜਾਈਏ ਜਾਂ ਪੰਜਾਬ 'ਚ ਵੀ ਬਹੁਤ ਜਗ੍ਹਾ ਏਰੀਆ 'ਚ, ਜਾਂ ਜਿੱਥੇ ਆਕਸੀਜਨ ਦੀ ਘਾਟ ਹੈ, ਕਿਉਂਕਿ ਅੱਜ ਕੱਲ੍ਹ ਸ਼ਾਰਟੇਜ ਵੀ ਚੱਲ ਰਹੀ ਹੈ, ਆਕਸੀਜਨ ਨਹੀਂ ਮਿਲ ਰਹੀ ਲੋਕਾਂ ਨੂੰ। ਅਤੇ ਉਹਨਾਂ ਮਰੀਜ਼ਾਂ ਨੂੰ ਜਿਹੜੇ ਘਰ ਵਿੱਚ ਹੈਗੇ ਆ, ਜਿਨ੍ਹਾਂ ਨੂੰ ਬੈੱਡ ਨਹੀਂ ਮਿਲ ਪਾ ਰਹੇ ਆ, ਉਹਨਾਂ ਨੂੰ ਟੈਂਪਰੇਰੀਲੀ ਉਹਨਾਂ ਦੀ ਆਕਸੀਜਨੇਸ਼ਨ ਇੰਪਰੂਵ ਕਰਨ ਲਈ ਅਸੀਂ ਪ੍ਰੋਨਿੰਗ ਪੋਜੀਸ਼ਨ ਰਿਕਮੈਂਡ ਕਰ ਸਕਦੇ ਹਾਂ। ਲੇਕਿਨ ਉਹਦੇ ਵਿੱਚ ਵੀ ਧਿਆਨ ਰੱਖਣਾ ਪੈਂਦਾ ਕੁਝ ਚੀਜ਼ਾਂ ਦਾ, ਉਹ ਜਿਹੜੀਆਂ ਮੈਂ ਤੁਹਾਨੂੰ ਹੁਣੇ ਦੱਸਾਂਗਾ। ਅਤੇ ਹਰ ਕਿਸੇ ਨੂੰ ਜ਼ਰੂਰਤ ਵੀ ਨਹੀਂ ਹੈ। ਲੇਕਿਨ ਦੂਸਰੀ ਇਹਦੇ ਵਿੱਚ ਆਸਪੈਕਟ ਇਹ ਵੀ ਹੈ ਕਿ ਜਿਹੜਾ ਮਰੀਜ਼ ਥੋੜ੍ਹਾ ਜਿਹਾ ਵੀ ਜ਼ਿਆਦਾ ਬਿਮਾਰ ਹੁੰਦਾ ਹੈ, ਜਿਹੜਾ ਆਪਣੀ ਕੇਅਰ ਨਹੀਂ ਕਰ ਸਕਦਾ, ਜਿਹਨੂੰ ਆਕਸੀਜੇਸ਼ਨ ਉਹ ਹੁੰਦੀ ਹੈ, ਅਤੇ ਉਹ ਸੁਪਰਵਿਜ਼ਨ 'ਚ ਹੀ ਪ੍ਰੋਨਿੰਗ ਨੋਰਮਲੀ ਕਰਨੀ ਪੈਂਦੀ ਹੈ, ਕਿਉਂਕਿ ਇਹਦੇ ਥੋੜ੍ਹੇ ਸਾਈਡ ਇਫੈਕਟਸ ਜਾਂ ਜਿਹਨੂੰ ਕਹਿੰਦੇ ਹਾਂ ਕਿ ਕਾਉਂਟਰ ਇੰਡੀਕੇਸ਼ਨਸ ਵੀ ਹੈਗੀਆਂ ਨੇ। ਤੇ ਡਾਕਟਰ ਸਾਹਿਬ ਤੁਸੀਂ ਪ੍ਰੋਨਿੰਗ ਦੇ ਬਾਰੇ ਦੱਸਿਆ, ਯਾਨੀ ਕਿ ਕੁਝ ਹੋਰ ਜਿਹੜੇ ਯੋਗ ਕਿਰਿਆਵਾਂ ਹੈਗੀਆਂ ਉਹ ਵੀ ਕਰ ਸਕਦੇ ਹੋ ਤਾਂ ਇਮਿਊਨਿਟੀ ਤੁਹਾਡੀ ਬੂਸਟ ਹੋਏਗੀ। ਲੇਕਿਨ ਜਿਹੜੀ ਦੂਜੀ ਲਹਿਰ ਚੱਲ ਰਹੀ ਹੈ ਇਸ ਵੇਲੇ, ਇਹਦੇ ਵਿੱਚ ਸਭ ਤੋਂ ਜ਼ਿਆਦਾ ਦੇਖਣ 'ਤੇ ਇਹ ਹੈ ਕਿ 35 36 37 38 ਵਾਲੇ ਜਿਹੜੇ ਹੈਗੇ ਨੇ ਉਹ ਜ਼ਿਆਦਾ ਇਫੈਕਟਿਡ ਹੋ ਰਹੇ ਨੇ, ਜਿਹੜੀ ਇੱਕ ਸਰਕਾਰ ਦਾ ਵੀ ਡੇਟਾ ਆਇਆ ਉਹਦੇ ਅਨੁਸਾਰ। ਅਤੇ ਇਹੋ ਜਿਹੇ ਲੋਕਾਂ ਵਾਸਤੇ ਕੀ ਤੁਸੀਂ ਇੱਕ ਦੱਸੋਗੇ ਕਿ ਉਹ ਆਪਣੇ ਆਪ ਨੂੰ ਫਿਟ ਰੱਖ ਸਕਦੇ ਨੇ ਅਤੇ ਕਰੋਨਾ ਤੋਂ ਉਹ ਬਚ ਸਕਦੇ ਨੇ? ਦੇਖੀਏ ਕਰੋਨਾ ਦੀ ਪਹਿਲੀ ਜਿਹੜੀ ਲਹਿਰ ਆਈ ਸੀ ਪਿਛਲੇ ਸਾਲ, ਉਸ 'ਚ ਅਸੀਂ ਦੇਖਿਆ ਸੀਗਾ ਕਿ ਮੈਜੋਰਿਟੀ ਜਿਹੜੇ ਪੇਸ਼ੈਂਟ ਸੀਗੇ ਉਹ ਓਲਡ ਏਜ ਦੇ ਸੀਗੇ, ਅਤੇ ਨਾਲ ਉਹਨਾਂ ਨੂੰ ਦੂਜੀਆਂ ਬਿਮਾਰੀਆਂ ਵੀ ਸੀਗੀਆਂ, ਕਿਸੇ ਨੂੰ ਡਾਇਬਟੀਜ਼, ਸ਼ੂਗਰ, ਜਾਂ ਕਿਸੇ ਨੂੰ ਬਲੱਡ ਪ੍ਰੈਸ਼ਰ, ਹਾਰਟ ਦੀ ਬਿਮਾਰੀਆਂ ਸੀਗੀਆਂ। ਲੇਕਿਨ ਇਹ ਜਿਹੜੀ ਨਵੀਂ ਕਰੋਨਾ ਦੀ ਜਿਹੜੀ ਸੈਕਿੰਡ ਵੇਵ ਆਈ ਹੈ, ਸੈਕਿੰਡ ਵੇਵ ਦੀ ਐਕਚੁਅਲ ਜਿਹੜੇ ਫੈਲਣ ਦਾ ਕਾਰਨ ਵੀ ਇਹੀ ਹੈ ਕਿ ਕੁਛ ਤਾਂ ਹੈ ਮਿਊਟੇਸ਼ਨਸ ਆਈਆਂ ਨੇ ਵਾਇਰਸ 'ਚ, UK ਦੀਆਂ, USA ਦੀਆਂ, ਸਾਊਥ ਅਫਰੀਕਾ ਦੀਆਂ ਮਿਊਟੇਸ਼ਨਸ ਆਈਆਂ ਨੇ, ਅਤੇ ਜਿਸ ਕਰਕੇ ਉਹਦੀ ਟਰਾਂਸਮਿਸਿਬਿਲਿਟੀ, ਮਤਲਬ ਇਹਦੇ ਫੈਲਣ ਦੀ ਜਿਹੜੀ ਤਾਕਤ ਹੈ ਉਹ ਵੱਧ ਗਈ ਹੈ। ਦੂਸਰੀ ਚੀਜ਼ ਜਿਹੜੀ ਅਸੀਂ ਦੇਖੀ ਗਈ ਹੈ ਕਿ ਇਹ ਜਿਹੜੀ ਪਹਿਲਾਂ ਓਲਡ ਏਜ 'ਚ ਹੁੰਦੀ ਸੀਗੀ ਇਨਫੈਕਸ਼ਨ, ਉਹ ਹੁਣ ਯੰਗ ਏਜ 'ਚ ਬਹੁਤ ਹੋ ਰਹੀ ਹੈ। 18-20 ਸਾਲ ਤੋਂ ਲੈ ਕੇ ਹੁਣ 30-40-50 ਸਾਲ ਦੇ ਬੰਦੇ ਵੀ ਅਫੈਕਟ ਹੋ ਰਹੇ ਨੇ। ਪੂਰੇ ਦੇ ਪੂਰੇ ਪਰਿਵਾਰ, ਏਜ ਗਰੁੱਪ ਦਾ ਕੋਈ ਮਹੱਤਵ ਹੀ ਨਹੀਂ ਰਹਿ ਗਿਆ ਇਸ 'ਚ ਫੈਲਣ 'ਚ। ਇਹ ਬੰਦੇ ਹੁਣ ਜ਼ਿਆਦਾ ਇਫੈਕਟ ਹੋ ਰਹੇ ਹੈ, ਅਤੇ ਇਹਨਾਂ 'ਚ ਡੈਥਸ ਵੀ ਹੋ ਰਹੀਆਂ ਨੇ। ਜਿਹੜੀ ਪਹਿਲਾਂ ਅਸੀਂ ਕਹਿੰਦੇ ਸੀ ਪਿਛਲੀ ਵੇਵ 'ਚ ਕਿ ਛੋਟੇ ਬੱਚਿਆਂ ਨੂੰ ਜਾਂ 18 ਸਾਲ ਤੋਂ ਘੱਟ ਦੀ ਡੈਥ ਰੇਟ ਘੱਟ ਸੀਗੀ, ਬਟ ਹੁਣ ਇਹ ਡੈਥ ਰੇਟ ਵੀ ਓਨਾ ਹੀ ਵਧਿਆ ਹੋਇਆ। ਤਾਂ ਇਸ ਲਈ ਬਹੁਤ ਜ਼ਰੂਰੀ ਹੈ ਕਿ ਅਕਰੋਸ ਦੀ ਏਜ ਗਰੁੱਪਸ ਸਾਨੂੰ ਆਪਣੇ ਇਮਿਊਨਿਟੀ ਨੂੰ ਬਣਾ ਕੇ ਰੱਖੀਏ, ਤਾਂ ਕਿ ਜਾਂ ਤਾਂ ਅਸੀਂ ਇਸ ਇਨਫੈਕਸ਼ਨ ਤੋਂ ਬਚ ਸਕੀਏ, ਜਾਂ ਇਸ ਇਨਫੈਕਸ਼ਨ ਤੋਂ ਅਗਰ ਹੋ ਵੀ ਜਾਂਦੀ ਹੈ ਤਾਂ ਸਾਡੀ ਇਮਿਊਨਿਟੀ ਉਸ ਨੂੰ ਵਧਣ ਨਾ ਦੇਵੇ, ਅੰਦਰ ਬਿਮਾਰੀ ਨਾ ਪੈਦਾ ਕਰਨ ਦੇ। ਅਤੇ ਇਸ ਇਮਿਊਨਿਟੀ ਲਈ ਨਾ ਬਹੁਤ ਜ਼ਰੂਰੀ ਕੁਝ ਚੀਜ਼ਾਂ ਨੇ ਜਿਹੜੀਆਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ। ਸਭ ਤੋਂ ਪਹਿਲੀ ਚੀਜ਼ ਹੈ ਸਾਡੀ ਆਪਣੀ ਡਾਈਟ ਅਤੇ ਨਿਊਟ੍ਰੀਸ਼ਨ ਪੂਰਾ ਹੋਣਾ ਚਾਹੀਦਾ। ਅਤੇ ਡਾਈਟ ਨੂੰ ਅਸੀਂ ਹੈਲਦੀ ਡਾਈਟ ਕਹਿੰਦੇ ਹਾਂ ਕਿ ਅਗਰ ਮਰੀਜ਼ ਹੈਲਦੀ ਡਾਈਟ ਲੈਂਦਾ ਤਾਂ ਉਹ ਆਪਣੀ ਇਮਿਊਨਿਟੀ ਨੂੰ ਬਰਕਰਾਰ ਰੱਖ ਸਕਦਾ ਹੈ। ਉਹਦੇ ਲਈ ਬਹੁਤ ਜ਼ਰੂਰੀ ਹੈ ਕਿ ਲੋ ਕਾਰਬੋਹਾਈਡਰੇਟ ਡਾਈਟ ਲਿੱਤੀ ਜਾਵੇ। ਲੋ ਕਾਰਬੋਹਾਈਡਰੇਟ ਡਾਈਟ ਬਹੁਤ ਇੰਪੋਰਟੈਂਟ ਹੈ, ਕਿਉਂਕਿ ਸ਼ੂਗਰ ਵਾਲੇ ਜਿੰਨੇ ਮਰੀਜ਼ਾਂ ਨੂੰ ਅਸੀਂ ਕਹਿੰਦੇ ਹਾਂ ਕਿ ਸ਼ੂਗਰ ਨਹੀਂ ਲੈਣੀ, ਤੁਸੀਂ ਕੁਛ ਨਹੀਂ ਲੈਣਾ, ਅਤੇ ਲੋ ਕਾਰਬੋਹਾਈਡਰੇਟ ਡਾਈਟ ਨਾਲ ਸਾਡੀ ਜਿਹੜੀ ਸ਼ੂਗਰ ਲੈਵਲ ਹੈ ਉਹ ਮੇਨਟੇਨ ਰਹੇਗੀ ਅਤੇ ਸਾਡੀ ਇਮਿਊਨਿਟੀ ਬਰਕਰਾਰ ਰਹਿ ਸਕਦੀ ਹੈ।
ਦੂਜਾ ਕੁਝ ਤਰ੍ਹਾਂ ਦੀ ਚੀਜ਼ਾਂ ਹੁੰਦੀਆਂ ਹੁਣ ਜਿਵੇਂ ਜਿਹੜੇ ਫਲ ਫਰੂਟ ਹੁੰਦੇ ਆ ਵਿਟਾਮਿਨ ਸੀ 'ਚ ਰਿਚ ਹੁੰਦੇ ਆ, ਜਿਹੜੇ ਅਸੀਂ ਕਹਿੰਦੇ ਹਾਂ ਕਿ ਵਿਟਾਮਿਨ ਸੀ ਇਮਿਊਨਿਟੀ ਬੂਸਟਰ ਹੈ, ਉਹ ਅਸੀਂ ਲੈ ਸਕਦੇ ਹਾਂ। ਨੋਰਮਲੀ ਸਿਟਰਸ ਫਰੂਟਾਂ 'ਚ ਹੁੰਦਾ, ਪਰ ਸਿਟਰਸ ਫਰੂਟਾਂ 'ਚ ਲੈਂਦੇ ਹੋਏ ਤੁਸੀਂ ਬਸ ਇੱਕ ਚੀਜ਼ ਦਾ ਧਿਆਨ ਰੱਖਣਾ ਕਿ ਉਹ ਖੱਟੇ ਨਾ ਹੋਣ। ਜ਼ਿਆਦਾ ਖੱਟੇ ਸਿਟਰਸ ਫਰੂਟ ਵੀ ਗਲਾ ਖਰਾਬ ਕਰਦੇ ਨੇ, ਜਿਹਦੇ ਨਾਲ ਸਿਮਿਲਰ ਸਿੰਪਟਮਸ ਪੈਦਾ ਹੋ ਸਕਦੇ ਨੇ। ਅਤੇ ਜਿਹੜੀ ਨੈਚੁਰਲ ਚੀਜ਼ਾਂ ਨੇ ਅਸੀਂ ਪਹਿਲਾਂ ਤੋਂ ਆਯੁਰਵੈਦਾਂ ਤੋਂ ਵੀ ਸਿੱਖੀਆਂ ਨੇ, ਅਤੇ ਜਿਹੜੀ ਸਾਰੀ ਚੀਜ਼ਾਂ ਹੈ ਕਿ ਅਦਰਕ ਹੈ, ਆਮਲਾ ਹੈ ਜਾਂ ਹਲਦੀ ਹੈ, ਇਹ ਦੋ ਤਿੰਨ ਚੀਜ਼ਾਂ ਐਸੀਆਂ ਜੇ ਸਾਡੇ ਰੋਜ਼ਮर्रा ਦੀ ਜ਼ਿੰਦਗੀ 'ਚ ਰਹਿਣਗੀਆਂ ਤਾਂ ਸਾਡੀ ਇਮਿਊਨਿਟੀ ਬਣੀ ਰਹੇਗੀ। ਹੋਰ ਦੋ ਤਿੰਨ ਚੀਜ਼ਾਂ ਨੇ ਜਿਹੜੀਆਂ ਅਸੀਂ ਕਹਿੰਦੇ ਹਾਂ ਜੇ ਖਾਣੇ ਤੋਂ ਇਲਾਵਾ ਅਸੀਂ ਕਿੱਦਾਂ ਇਮਿਊਨਿਟੀ ਆਪਣੀ ਬਰਕਰਾਰ ਰੱਖ ਸਕਦੇ ਹਾਂ। ਇੱਕ ਤਾਂ ਇਹ ਹੈ ਕਿ ਰੈਗੂਲਰ ਐਕਸਰਸਾਈਜ਼ ਕਰਨ ਦੀ ਆਦਤ ਹੋਣੀ ਚਾਹੀਦੀ ਹੈ। 30-35 ਮਿੰਟ ਦੀ ਅਗਰ ਅਸੀਂ ਰੈਗੂਲਰ ਐਕਸਰਸਾਈਜ਼ ਜਿਵੇਂ ਬ੍ਰਿਸਕ ਵਾਕਿੰਗ ਹੈ, ਰਨਿੰਗ ਹੈ, ਏਜ ਦੇ ਹਿਸਾਬ ਨਾਲ, ਬਿਮਾਰੀ ਦੇ ਹਿਸਾਬ ਨਾਲ ਅਗਰ ਅਸੀਂ ਉਹ ਕਰ ਲੈਂਦੇ ਹਾਂ ਤਾਂ ਫਿਰ ਅਸੀਂ ਫਿਟ ਰਹਿ ਸਕਦੇ ਹਾਂ। ਰੈਗੂਲਰ 6 ਤੋਂ 8 ਘੰਟੇ ਦੀ ਸਲੀਪ ਹੋਣੀ ਚਾਹੀਦੀ ਹੈ, ਜਿਸ ਦੇ ਨਾਲ ਬੰਦਾ ਫਿਟ ਰਹਿ ਸਕਦਾ ਹੈ। ਵਿਟਾਮਿਨ ਸੀ, ਵਿਟਾਮਿਨ ਡੀ ਸਪਲੀਮੈਂਟੇਸ਼ਨਸ ਕਾਫੀ ਇਸ 'ਚ ਕੰਮ ਕਰਦੀਆਂ ਨੇ ਇਮਿਊਨਿਟੀ ਬਣਾਉਣ 'ਚ। ਇੱਕ ਡਾਕਟਰ ਸਾਹਿਬ ਲਾਸਟ ਦੇ ਵਿੱਚ ਮੈਂ ਤੁਹਾਡੇ ਤੋਂ ਇਹ ਜਾਣਨਾ ਚਾਹੁੰਦਾ ਕਿ ਕਰੋਨਾ ਦਾ ਗ੍ਰਾਫ ਬਹੁਤ ਜ਼ਿਆਦਾ ਵੱਧ ਚੁੱਕਿਆ ਹੈ। ਅੱਜ ਜੋ ਕੇਸ ਆਏ ਨੇ ਸਾਹਮਣੇ 4 ਲੱਖ ਦੇ ਕਰੀਬ ਨੇ ਦੇਸ਼ ਦੇ ਵਿੱਚ, ਇੱਕ ਬਹੁਤ ਵੱਡਾ ਆંકੜਾ ਹੈ। ਅਤੇ ਕਿਉਂ ਅਸੀਂ ਦੇਸ਼ ਜਿਹੜਾ ਹੈਗਾ ਕਰੋਨਾ ਦੀ ਇੰਨੀ ਗਿਰਫਤ ਵਿੱਚ ਫੜਿਆ ਜਾ ਰਿਹਾ ਹੈ? ਲੂਜ਼ ਪੋਲ ਕਿੱਥੇ ਨਜ਼ਰ ਆ ਰਿਹਾ ਹੈ? ਲਾਪਰਵਾਹੀ ਕਿੱਥੇ ਮਤਲਬ ਅਖੀਰ ਦੇ ਵਿੱਚ? ਦੇਖੋ, ਸੈਕਿੰਡ ਵੇਵ ਜਦ ਦੀ ਆਈ ਹੈ ਅਸੀਂ 2-3 ਚੀਜ਼ਾਂ ਬਹੁਤ ਨੋਟ ਕਰੀਆਂ ਨੇ ਕਿ ਪੁਰਾਣੇ ਸਾਲ 'ਚ ਜਿੱਦਾਂ ਲੋਕਡਾਊਨ ਸੀਗਾ ਉੱਦਾਂ ਇੱਕ ਵਾਰੀ ਜਿਹੜੀ ਡੇਲੀ ਜਿਹੜੀ ਕਾਊਂਟ ਸੀਗੇ ਕੇਸਿਸ ਦੇ ਉਹ ਘੱਟ ਗਏ ਸੀਗੇ, ਔਰ ਕਾਫੀ ਘੱਟ ਹੋ ਗਏ ਸੀਗੇ ਸਤੰਬਰ ਅਕਤੂਬਰ 'ਚ। ਫਿਰ ਅਸੀਂ ਲੋਕਡਾਊਨ ਖੋਲ੍ਹਤਾ, ਧੀਰੇ ਕਰਕੇ ਖੋਲ੍ਹਣਾ ਸ਼ੁਰੂ ਕਰਤਾ, ਅਤੇ ਲੋਕਾਂ ਨੇ ਗੈਦਰਿੰਗਸ ਸ਼ੁਰੂ ਕਰਤੀਆਂ, ਘੁੰਮਣਾ ਸ਼ੁਰੂ ਕਰਤਾ, ਪਾਰਟੀਆਂ ਸ਼ੁਰੂ ਕਰਤੀ, ਅਤੇ ਇਹ ਧੀਰੇ ਵੱਧਦੇ ਗਏ। ਅਤੇ ਲੋਕਾਂ ਨੇ ਜਿਹੜੀ ਜਨਰਲ ਅਸੀਂ ਉਹ ਕਹਿੰਦੇ ਸੀਗੇ ਕਿ ਪ੍ਰੀਕੋਸ਼ਨਸ ਰੱਖਣੀਆਂ ਤੁਸੀਂ, ਉਹਨਾਂ ਨੇ ਉਹ ਕਰਨੀਆਂ ਘੱਟ ਕਰਦੀਆਂ। ਫੋਰ ਐਗਜ਼ਾਮਪਲ ਅਸੀਂ ਕਹਿੰਦੇ ਸੀਗੇ ਕਿ ਘੱਟ ਗੈਦਰਿੰਗ ਕਰੋ, ਮਾਸਕ ਹਮੇਸ਼ਾ ਲਗਾ ਕੇ ਰੱਖੋ, ਆਪਣੇ ਹੱਥਾਂ ਨੂੰ ਬਾਰ-ਬਾਰ ਧੋਂਦੇ ਰਹੋ, ਸੈਨੀਟਾਈਜੇਸ਼ਨ ਕਰਦੇ ਰਹੋ। ਲੇਕਿਨ ਲੋਕਾਂ ਨੇ ਬਹੁਤ ਚਿਰ 'ਚ ਇਹ ਦੇਖਿਆ ਕਿ ਇਹਦਾ ਪਾਲਣ ਨਹੀਂ ਕੀਤਾ। ਜਿੱਥੇ ਮਾਰਕੀਟ 'ਚ ਹੈ ਜਾਂ ਜਿੱਥੇ ਘੁੰਮਣ ਦੇ ਏਰੀਆਜ਼ ਨੇ, ਲੋਕਾਂ ਨੇ ਟ੍ਰਿਪ ਲਗਾਏ ਹੈ, ਉਹ ਸਾਰੇ ਵਿੱਚ ਕੰਜੈਸ਼ਨ ਹੁੰਦੀ ਹੈ ਅਤੇ ਉਸ 'ਚ ਬਿਮਾਰੀ ਦੇ ਫੈਲਣ ਦੀ ਉਹ ਜ਼ਿਆਦਾ ਰਹਿੰਦੀ ਹੈ। ਦੂਜਾ ਜਿਹੜਾ ਸੈਕਿੰਡ ਵੇਵ ਆਉਣ ਦਾ ਇਹ ਕਾਰਨ ਸੀਗਾ, ਇਹ ਮਿਊਟੇਸ਼ਨ ਸੀਗੀਆਂ ਨੇ। ਮਿਊਟੇਸ਼ਨਸ ਜਿਹੜੀਆਂ ਆਉਂਦੀਆਂ ਵਾਇਰਸ ਨੂੰ ਚੇਂਜ ਕਰ ਦਿੰਦੀਆਂ ਅਤੇ ਕੁਛ ਨਾ ਕੁਛ ਉਸ 'ਚ ਫਰਕ ਲਾ ਦਿੰਦੀਆਂ, ਜਿਸ 'ਚ ਵਾਇਰਸ ਜੋ ਹੈ ਬਹੁਤ ਤੇਜ਼ੀ ਨਾਲ ਫੈਲਦਾ ਹੈ। ਅਤੇ ਇਸ 'ਚ ਲਈ ਬਚਾਅ ਕਰਨ ਲਈ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਆਪਣੀ ਜਿਹੜੀ ਬੇਸਿਕ ਪ੍ਰੀਕੋਸ਼ਨਸ ਹੈ ਉਹਨਾਂ ਦਾ ਖਿਆਲ ਰੱਖੀਏ, ਡਿਸਟੈਂਸ ਮੇਨਟੇਨ ਕਰਕੇ ਰੱਖੀਏ। ਅਸੀਂ ਬਾਕੀਆਂ ਤੋਂ 6 ਫਿਟ ਦਾ, 3 ਫਿਟ ਤੋਂ 6 ਫਿਟ ਦਾ ਅਸੀਂ ਜਿਹੜਾ ਉਹ ਕਹਿੰਦੇ ਹਾਂ ਕਿ ਡਿਸਟੈਂਸ ਮੇਨਟੇਨ ਕਰਕੇ ਰੱਖਣ। ਦੂਸਰਾ, ਮਾਸਕ ਲਗਾ ਕੇ ਰੱਖਣ। ਲੋਕਾਂ ਦੀ ਆਦਤ ਹੁਣ ਅਸੀਂ ਬਹੁਤ ਚਿਰ 'ਚ ਓਬਜ਼ਰਵ ਕੀਤਾ ਕਿ ਲੋਕ ਨਾ ਹੁਣ ਇੰਨੇ ਰਿਲੈਕਸ ਹੋ ਗਏ ਹੈ ਕਿ ਜਿਹੜਾ ਮਾਸਕ ਹੁੰਦਾ ਨਾ ਉਹ ਨੱਕ 'ਤੇ ਨਾ ਹੋ ਕੇ ਨੀਚੇ ਨਾ ਚਿੰਨ੍ਹ 'ਤੇ, ਠੋਡੀ 'ਤੇ ਲਟਕਿਆ ਰਹਿੰਦਾ ਹੈ, ਅਤੇ ਅਸੀਂ ਇਹ ਸੋਚਦੇ ਹਾਂ ਕਿ ਅਸੀਂ ਬਚ ਜਾਵਾਂਗੇ, ਜਦ ਕਿ ਸਾਰੇ ਦਾ ਸਾਰਾ ਵਾਇਰਸ ਜਾਣਾ ਤਾਂ ਨੱਕ ਦੇ ਥਰੂ ਹੀ ਹੈ। ਤਾਂ ਇਸ ਲਈ ਬੜਾ ਇੰਪੋਰਟੈਂਟ ਹੈ ਕਿ ਮਾਸਕ ਪਹਿਨਦੇ ਹੋਏ ਨਾ ਅਸੀਂ ਨੱਕ ਨੂੰ ਕਵਰ ਕਰਕੇ ਰੱਖੀਏ। ਦੂਜਾ, ਲੋਕਾਂ ਨੂੰ ਜਿੱਥੇ ਗੈਦਰਿੰਗ ਜ਼ਿਆਦਾ ਉੱਥੇ ਘੱਟ ਤੋਂ ਘੱਟ ਅਸੀਂ ਇਕੱਠੇ ਹੋਈਏ, ਦੂਸਰੇ ਲੋਕਾਂ ਨਾਲ ਡਿਸਟੈਂਸ ਮੇਨਟੇਨ ਕਰਕੇ ਰੱਖੀਏ, ਕਿਉਂਕਿ ਇੰਨੀ ਟਰਾਂਸਮਿਸਿਬਿਲਿਟੀ ਹੈ ਇਸ ਵਾਇਰਸ ਦੀ ਅੱਜ ਕੱਲ੍ਹ ਕਿ ਜਦ ਤੱਕ ਅਸੀਂ ਬੇਸਿਕ ਪ੍ਰੀਕੋਸ਼ਨਸ ਨੂੰ ਅਸੀਂ ਨਹੀਂ ਪਾਲਣ ਕਰਾਂਗੇ ਤਾਂ ਇਹ ਵਧਣੀ ਹੈ। ਅਸੀਂ ਦੇਖ ਰਹੇ ਹਾਂ ਹੁਣ ਪਹਿਲੀ ਲੇਅਰ 'ਚ ਜਿਹੜੇ ਬੰਦੇ ਬਚ ਗਏ ਉਹ ਆਲਮੋਸਟ ਸਾਰੇ ਦੇ ਸਾਰੇ ਦੂਜੀ ਲਹਿਰ 'ਚ ਅਸੀਂ ਦੇਖ ਰਹੇ ਹਾਂ। जितनी गैदरिंग्स हो रही हैं, पॉलिटिकल रैलीज़ हैं या शादियां हैं, उन्होंने सारे ये सारी जो है ट्रांसमिशन वध रहा है वो करके। हाँ जी, ਇਹ ਸਨ ਡਾਕਟਰ ਸਾਹਿਬ ਜਿਨ੍ਹਾਂ ਨੇ ਦੱਸਿਆ ਕਿ ਆਖਰ ਕਿਸ ਤਰੀਕੇ ਦੇ ਨਾਲ ਅਸੀਂ ਖੁਦ ਨੂੰ ਬਚਾ ਸਕਦੇ ਹਾਂ ਕਰੋਨਾ ਤੋਂ। ਲੇਕਿਨ ਸਾਫ਼ ਤੌਰ 'ਤੇ ਜਿਹੜੀ ਪ੍ਰੋਨਿੰਗ ਨੂੰ ਲੈ ਕੇ ਜਿਹੜੇ ਗੂਗਲ ਦੇ ਵਿੱਚ ਤੁਸੀਂ ਵੇਖ ਰਹੇ ਹੋ, ਤੁਹਾਡੇ WhatsApp ਮੈਸੇਜ ਤੱਕ ਤੁਹਾਡੇ ਕੋਲ ਪ੍ਰੋਨਿੰਗ ਦੀ ਐਕਸਰਸਾਈਜ਼ ਪਹੁੰਚ ਚੁੱਕੀ ਹੋਣੀ ਹੈ। ਉਹਨੂੰ ਤੁਸੀਂ ਘਰ ਬੈਠੇ ਇੱਦਾਂ ਨਾ ਕਰੋ, ਕਿਉਂਕਿ ਉਹ ਵੀ ਤੁਹਾਨੂੰ ਜ਼ਿਆਦਾ ਨੁਕਸਾਨਦੇਹ ਹੋ ਸਕਦੀ ਹੈ। ਲੇਕਿਨ ਡਾਕਟਰ ਸਾਹਿਬ ਦਾ ਸਾਫ਼ ਤੌਰ 'ਤੇ ਇਹ ਕਹਿਣਾ ਹੈ ਕਿ ਜੇਕਰ ਕਰੋਨਾ ਤੋਂ ਪੂਰੇ ਦੇਸ਼ ਨੂੰ ਨਿਜਾਤ ਦਿਵਾਉਣੀ ਹੈ ਤਾਂ ਫਿਰ ਕਰੋਨਾ ਹਦਾਇਤਾਂ ਦੀ ਪਾਲਣਾ ਕਰਨੀ ਹੋਵੇਗੀ, ਜਿਵੇਂ ਡਬਲ ਮਾਸਕਿੰਗ, ਇਸ ਤੋਂ ਇਲਾਵਾ ਦੂਰੀ ਦਾ ਬਹੁਤ ਜ਼ਿਆਦਾ ਖਿਆਲ ਰੱਖਣਾ ਹੋਵੇਗਾ ਅਤੇ ਭੀੜ ਭਾੜ ਵਾਲੀ ਥਾਵਾਂ 'ਤੇ ਜਾਣ ਤੋਂ ਵੀ ਸਾਨੂੰ ਗੁਰੇਜ਼ ਕਰਨਾ ਹੋਵੇਗਾ, ਤਾਂ ਜੋ ਅਸੀਂ ਕਰੋਨਾ ਦੇ ਇਸ ਜੰਗ ਦੇ ਵਿੱਚ ਅਸੀਂ ਜਿੱਤ ਹਾਸਲ ਕਰ ਸਕੀਏ। ਸਕਾਈ ਨਿਊਜ਼ ਦੇ ਵਿੱਚ ਫਿਲਹਾਲ ਦੇ ਵਾਸਤੇ ਇੰਨਾ ਹੀ। ਹੋਰ ਤਾਜ਼ਾ ਤਰੀਨ ਖਬਰਾਂ ਲਈ ਤੁਸੀਂ ਲਗਾਤਾਰ ਵੇਖਦੇ ਰਹੋ ਸਕਾਈ ਨਿਊਜ਼ ਪੰਜਾਬ।